ਜਿਹੜੀ ਆਪਣੇ ਕੋਲ ਆ ਸੈਕੰਡ A ਡਬਲ ਡੈਸ਼ B ਡਬਲ ਡੈਸ਼ ਡਾਈਪੋਲ ਆ, ਇਹਦੀ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ ਇਸ ਸਾਈਡ ਨੂੰ ਆ ਜਾਏਗੀ from A ਡਬਲ ਡੈਸ਼ to B ਡਬਲ ਡੈਸ਼। यस सर। ਹੁਣ ਸਮਝਿਓ ਅਗਲੇ ਵਰਡ। ਹੁਣ ਆਪਾਂ ਪਿਛਲੇ ਆਪਣੇ ਦੋ ਟਾਪਿਕ ਚ ਆਪਾਂ ਇਹ ਕਿਹਾ ਸੀਗਾ ਕਿ ਜੇ ਐਕਸੀਅਲ ਲਾਈਨ ਤੇ ਪੁਆਇੰਟ ਲਾਈ ਕਰਦਾ, ਜੇ ਡਾਈਪੋਲ ਦੀ ਐਕਸੀਅਲ ਲਾਈਨ ਤੇ ਪੁਆਇੰਟ ਲਾਈ ਕਰਦਾ, ਆ ਮੇਰਾ ਡਾਈਪੋਲ ਸੀਗਾ, ਜੇ ਪੁਆਇੰਟ ਡਾਈਪੋਲ ਦੀ ਐਕਸੀਅਲ ਲਾਈਨ ਤੇ ਸੀਗਾ ਮੇਰਾ ਪੁਆਇੰਟ ਆਫ ਆਬਜ਼ਰਵੇਸ਼ਨ, ਤੇ ਇਸ ਕੇਸ ਦੇ ਅੰਦਰ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਸੇਮ ਸੀਗੀ। यस सर। ਇਕੁਟੋਰੀਅਲ ਚ ਅਸੀਂ ਹੁਣੀ ਪੜ੍ਹ ਕੇ ਹਟੇ ਕਿ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆਪੋਜ਼ਿਟ ਆ। ਉਹ ਤੇ ਇਹੀ ਦੋ ਵਰਡ ਲੈ ਕੇ ਆਪਣੀ ਫਿਗਰ ਕੰਪਲੀਟ ਹੋਣੀ। ਜੇ ਹੁਣ ਮੈਂ C ਪੁਆਇੰਟ ਨੂੰ ਗਿਣਾ ਜਿੱਥੇ ਮੇਰਾ ਟੈਸਟ ਚਾਰਜ ਪਿਆ ਵਾ, ਜੇ A ਡਬਲ ਡੈਸ਼ B ਡਬਲ ਡੈਸ਼ ਮੇਰਾ ਇੱਕ ਡਾਈਪੋਲ ਆ, ਇਹਦੇ ਹਿਸਾਬ ਨਾਲ C ਪੁਆਇੰਟ ਦੀ ਇਹ C ਪੁਆਇੰਟ ਉਹਦੀ ਐਕਸੀਅਲ ਲਾਈਨ ਤੇ ਲਾਈ ਕਰਦਾ। यस सर। यस सर। ਇਸ ਚੀਜ਼ ਨੂੰ ਧਿਆਨ ਨਾਲ ਸਮਝੋ ਜ਼ਰੂਰ। ਮੈਂ ਬਾਰ-ਬਾਰ ਕਹਿ ਰਿਹਾ A ਡਬਲ ਡੈਸ਼ B ਡਬਲ ਡੈਸ਼ ਜਿਹੜਾ ਡਾਈਪੋਲ ਆ, ਇਹ ਪੁਆਇੰਟ C ਉਹਦੀ ਐਕਸੀਅਲ ਲਾਈਨ ਤੇ ਆ ਗਿਆ। यस सर। यस सर। ਲਾਈਨ ਦੇ ਉੱਤੇ ਐਕਸੀਅਲ ਲਾਈਨ ਤੇ ਡਾਈਪੋਲ ਮੂਵਮੈਂਟ ਤੇ ਇਲੈਕਟ੍ਰਿਕ ਫੀਲਡ ਬੋਥ ਆਰ ਇਨ ਸੇਮ ਡਾਇਰੈਕਸ਼ਨ। ਉਹ ਸਮਝ ਲੱਗ ਰਹੀ ਏ? यस सर। हाँ जी सर। ਐਕਸੀਅਲ ਲਾਈਨ ਤੇ ਜੇ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ A ਡਬਲ ਡੈਸ਼ ਤੋਂ B ਡਬਲ ਡੈਸ਼ ਵੱਲ ਜਾਂਦੀ ਪਈ ਆ, ਤੇ C ਪੁਆਇੰਟ ਤੇ ਜਿਹੜਾ ਇਲੈਕਟ੍ਰਿਕ ਫੀਲਡ ਬਣੇਗਾ ਉਹਦੀ ਡਾਇਰੈਕਸ਼ਨ ਵੀ ਜਿਹੜੀ ਹੋਏਗੀ ਉਹ ਇਸੇ ਪਾਸੇ ਨੂੰ ਆਜੂ। ਯਾਨੀ ਆ EA ਜਿਹੜਾ ਇਲੈਕਟ੍ਰਿਕ ਫੀਲਡ ਔਨ ਐਕਸੀਅਲ ਲਾਈਨ ਲਿਖਾਂਗਾ, ਵੇਰੀਏਬਲ E1 E2 ਲਿਖ ਦਿਓ, ਭਾਵੇਂ EA ਲਿਖ ਦਿਓ, ਸਿੰਬਲ ਤੁਹਾਡੀ ਮਰਜ਼ੀ ਦੇ ਆ। ਆਪਾਂ EA ਇਲੈਕਟ੍ਰਿਕ ਫੀਲਡ ਲਿਖਿਆ ਡਿਊ ਟੂ ਐਕਸੀਅਲ ਲਾਈਨ ਆਫ ਡਾਈਪੋਲ। ਹੁਣ ਇਸ ਐਕਸੀਅਲ ਲਾਈਨ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਤੇ ਡਾਈਪੋਲ ਮੂਵਮੈਂਟ ਬੋਥ ਲਾਈਜ਼ ਇਨ ਸੇਮ ਡਾਇਰੈਕਸ਼ਨ। यस सर। यस सर। ਉਸ ਤੋਂ ਬਾਅਦ ਇੱਧਰ ਆ ਜਾਓ, ਦੂਜਾ ਡਾਈਪੋਲ ਜਿਹੜਾ A ਡੈਸ਼ B ਡੈਸ਼ ਆ, ਇਸ ਡਾਈਪੋਲ ਦੇ ਹਿਸਾਬ ਨਾਲ ਆ ਪੁਆਇੰਟ ਜਿਹੜਾ ਵਾ ਇਹ ਇਸ ਡਾਈਪੋਲ ਦੀ ਇਕੁਟੋਰੀਅਲ ਲਾਈਨ ਤੇ ਲਾਈ ਕਰਦਾ ਪਿਆ। यस सर। ਤੇ ਇਕੁਟੋਰੀਅਲ ਲਾਈਨ ਤੇ ਅਸੀਂ ਕਿਹਾ ਸੀ ਡਾਈਪੋਲ ਮੂਵਮੈਂਟ ਤੇ ਇਲੈਕਟ੍ਰਿਕ ਫੀਲਡ ਜਿਹੜੇ ਇੱਕ ਦੂਜੇ ਤੋਂ ਆਪੋਜ਼ਿਟ ਆ। ਤੇ ਜੇ ਆ ਡਾਈਪੋਲ ਦੇ ਅਲੋਂਗ ਡਾਈਪੋਲ ਮੂਵਮੈਂਟ A ਡੈਸ਼ ਤੋਂ B ਡੈਸ਼ ਵੱਲ ਜਾਂਦੀ ਪਈ ਆ, ਤੇ ਇਸ ਪੁਆਇੰਟ ਤੇ ਬਣਨ ਵਾਲਾ ਇਲੈਕਟ੍ਰਿਕ ਫੀਲਡ ਜਿਹੜਾ ਵਾ ਉਹ A ਡੈਸ਼ B ਡੈਸ਼ ਤੋਂ ਉਲਟ ਇਸ ਡਾਇਰੈਕਸ਼ਨ ਚ ਆਊਗਾ। हाँ जी सर। ਜਿਹੜੀ Yes, ਜਿਹੜਾ sir. ਸੈਕੰਡ ਇੱਥੇ ਇਲੈਕਟ੍ਰਿਕ ਫੀਲਡ ਦਿਖਾਵਾਂਗੇ ਉਹਦੀ ਡਾਇਰੈਕਸ਼ਨ ਜਿਹੜੀ ਆ ਡਾਈਪੋਲ ਦੇ ਐਂਟੀ ਪੈਰਲਲ ਇਸ ਸਾਈਡ ਨੂੰ ਦਿਖਾਉਂਗਾ। ਇਹਨੂੰ ਨਾਮ EE ਦੇ ਦਿੰਨੇ ਆ। ਇਲੈਕਟ੍ਰਿਕ ਫੀਲਡ ਔਨ ਇਕੁਟੋਰੀਅਲ ਲਾਈਨ, ਇਲੈਕਟ੍ਰਿਕ ਫੀਲਡ ਔਨ ਐਕਸੀਅਲ ਲਾਈਨ। E1 E2 ਲਿਖ ਦੋ, ਸਿੰਬਲ ਜਿਹੜੇ ਮਰਜ਼ੀ ਲਿਖ ਸਕਦੇ ਹੋ। ਕਿਆ ਆ ਦੋ ਡਾਇਰੈਕਸ਼ਨਾਂ ਜਿਹੜੀਆਂ ਬਣਾਈਆਂ ਇਹ ਸਮਝ ਆਈਆਂ? यस सर। यस सर। यस सर। ਆਲਮੋਸਟ ਖਤਮ ਹੋਣ ਲੱਗੀ ਹੈ ਫਿਗਰ, ਠੀਕ ਹੈ ਜੀ। ਜੇ ਫਿਗਰ 'ਚ ਹਜੇ ਵੀ ਡਾਊਟ ਆ ਤਾਂ ਇੱਕ ਵਾਰੀ ਜ਼ਰੂਰ ਬੋਲ ਦਿਓ। ਕਰਾਂ ਕੰਟੀਨਿਊ? ਕਲੀਅਰ ਆ? यस सर। यस सर। ਹੁਣ ਪੁੱਤ यस सर। ਇਸ C ਪੁਆਇੰਟ ਤੇ ਆਪਣੇ ਕੋਲ ਕਿੰਨੇ ਇਲੈਕਟ੍ਰਿਕ ਫੀਲਡ ਆ ਗਏ? सर C ਦੋ। ਪੁਆਇੰਟ ਤੇ ਕਿੰਨੇ ਇਲੈਕਟ੍ਰਿਕ ਫੀਲਡ ਆ ਜਿਹਦਾ ਆਪਾਂ ਰਿਜ਼ਲਟੈਂਟ ਕੱਢਣਾ ਵਾ? सर 2। सर 2। ਤੇ ਜਿਹੜੇ ਦੋ ਇਲੈਕਟ੍ਰਿਕ ਫੀਲਡ ਆਏ ਆ, ਕਿਆ ਇਹ ਆਪਸ ਦੇ ਵਿੱਚ ਸੇਮ ਡਾਇਰੈਕਸ਼ਨ 'ਚ ਆ? नो सर। नो सर। नो सर। नो सर। ਔਰ ਇਹ ਦੋਨੋਂ ਵੈਕਟਰ ਟੇਲ ਟੂ ਟੇਲ ਜੁੜੇ ਆ। ਤੇ ਜੇ ਦੋ ਵੈਕਟਰ ਟੇਲ ਟੂ ਟੇਲ ਜੁੜਦੇ ਤਾਂ ਰਿਜ਼ਲਟ ਗਿਵਨ ਬਾਈ ਦਾ ਡਾਇਗੋਨਲ ਆਫ ਦਾ ਪੈਰਲੋਗ੍ਰਾਮ ਹੋ ਸਕਦਾ। यस सर। यस सर। ਮਤਲਬ ਇਹਨਾਂ ਦੋਨਾਂ ਵੈਕਟਰ ਦੀ ਹੈਲਪ ਨਾਲ ਜੇ ਮੈਂ ਇੱਥੇ ਇੱਕ ਪੈਰਲੋਗ੍ਰਾਮ ਕੰਪਲੀਟ ਕਰ ਲਵਾਂ ਤੇ ਆ ਡਾਇਗੋਨਲ ਜਿਹੜਾ ਹੋਏਗਾ ਇਹ ਇਹਨਾਂ ਦੋਨਾਂ ਵੈਕਟਰ ਦਾ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਬਣੂ। यस सर। यस सर। यस यस सर। ਠੀਕ ਹੈ। ਲਾਸਟ ਵਰਡ, ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਨੇ ਐਕਸੀਅਲ ਲਾਈਨ ਦੇ ਨਾਲ ਅਸੀਂ ਮੰਨ ਲਾਂਗੇ ਜਿਹੜਾ ਐਂਗਲ ਬਣਾਇਆ ਇਹ ਬੀਟਾ ਐਂਗਲ ਆ, ਜਿਹੜਾ ਡਾਇਰੈਕਸ਼ਨ ਦੱਸਣ ਵਾਸਤੇ ਯੂਜ਼ ਹੋ ਜੂ। ਕਿਆ ਇੰਨਾ ਕਲੀਅਰ ਆ? यस सर। यस सर। ਚਲੋ ਹੁਣ ਜੇ ਫਿਗਰ 'ਚ ਕੋਈ ਡਾਊਟ ਆ ਤਾਂ ਇੱਕ ਵਾਰੀ ਬੋਲ ਦਿਓ, ਅਦਰਵਾਈਜ਼ ਆਪਾਂ ਮੈਥਮੈਟੀਕਲ ਕੰਪਲੀਟ ਕਰੀਏ। ਫਿਗਰ ਕਲੀਅਰ ਜੀ? नो सर। यस सर। हाँ जी सर। ਹੁਣ ਆਪਣੇ ਕੋਲ ਦੋ ਇਲੈਕਟ੍ਰਿਕ ਫੀਲਡ ਦੇ ਫਾਰਮੂਲੇ ਸ਼ਾਰਟ ਡਾਈਪੋਲ ਦੇ ਚਾਹੀਦੇ ਆ। ਇੱਕ ਐਕਸੀਅਲ ਲਾਈਨ ਵਾਲਾ ਜਿਹੜਾ ਸ਼ਾਰਟ ਦਾ ਫਾਰਮੂਲਾ ਸੀ, ਇੱਕ ਇਕੁਟੋਰੀਅਲ। ਔਰ ਇੱਕ ਵਰਡ ਉੱਤੇ ਚੈੱਕ ਕਰਿਓ, ਐਕਸੀਅਲ ਲਾਈਨ ਤੇ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਆਇਆ
k into 2p by r cube और इक्वेटोरियल ते आया k into p over r cube। ਇਹਦਾ ਮਤਲਬ ਇਹ ਹੋਇਆ ਐਕਸੀਅਲ ਲਾਈਨ ਤੇ ਇਲੈਕਟ੍ਰਿਕ ਫੀਲਡ ਜਿਹੜਾ ਇਕੁਟੋਰੀਅਲ ਲਾਈਨ ਨਾਲੋਂ ਡਬਲ ਹੋਊਗਾ। Yes, sir. Yes, sir. Yes, sir. ਇਹ ਰਿਜ਼ਲਟ ਵੈਸੇ ਵੀ ਯਾਦ ਰੱਖਿਓ, ਕਈ ਵਾਰੀ ਨਿਊਮੈਰੀਕਲ ਕੈਲਕੂਲੇਸ਼ਨਾਂ 'ਚ ਲੋਡ ਪੈ ਸਕਦੀ ਹੈ। ਠੀਕ ਹੈ, ਹੁਣ ਆਪਾਂ ਪੁੱਤ ਆਪਣੇ ਹਿਸਾਬ ਨਾਲ ਜੇ ਚੱਲੀਏ, ਆ ਐਕਸੀਅਲ ਲਾਈਨ ਦਾ ਇਲੈਕਟ੍ਰਿਕ ਫੀਲਡ ਦਾ ਆ ਫਾਰਮੂਲਾ ਉਦੋਂ ਸੀ ਜਦੋਂ ਤੁਹਾਡੇ ਡਾਈਪੋਲ ਦੀ ਡਾਈਪੋਲ ਮੂਵਮੈਂਟ p ਹੁੰਦੀ ਸੀ। ਠੀਕ ਹੈ, ਜਿਹੜਾ ਸਾਡਾ ਐਕਸੀਅਲ ਲਾਈਨ ਵਾਲਾ ਡਾਈਪੋਲ ਆ a ਡਬਲ ਡੈਸ਼ b ਡਬਲ ਡੈਸ਼, ਇਹਦੀ ਡਾਈਪੋਲ ਮੂਵਮੈਂਟ p ਨਹੀਂ ਹੈਗੀ, ਇਹਦੀ ਡਾਈਪੋਲ ਮੂਵਮੈਂਟ ਕੀ ਹੈ ਜੀ? P P cos theta. ਇਹਦਾ ਮਤਲਬ ਜਿੱਥੇ ਐਕਸੀਅਲ ਵਾਲਾ ਫਾਰਮੂਲਾ ਇੱਥੇ p ਦੀ ਥਾਂ ਤੇ p cos ਥੀਟਾ ਆ ਜਾਏਗਾ, ਔਰ ਜਿਹੜਾ ਇਕੁਟੋਰੀਅਲ ਲਾਈਨ ਵਾਲਾ ਵਾ ਉੱਥੇ ਡਾਈਪੋਲ ਮੂਵਮੈਂਟ ਦਾ ਫਾਰਮੂਲਾ p sin ਥੀਟਾ ਆ ਜਾਊ। ਆ ਕਿੱਥੋਂ ਲਿਖੇ ਫਾਰਮੂਲੇ? ਕਲੀਅਰ ਆ? Yes. Yes, sir. ਹੁਣ ਇਸ ਪੁਆਇੰਟ ਤੇ ਦੋ ਇਲੈਕਟ੍ਰਿਕ ਫੀਲਡ ਆ ਗਏ, ਐਕਸੀਅਲ ਤੇ ਇਕੁਟੋਰੀਅਲ। ਇਹਨਾਂ ਦਾ ਰਿਜ਼ਲਟੈਂਟ ਕੱਢਣਾ, ਸ਼ੁਰੂ ਚ ਗੱਲ ਕੀਤੀ ਸੀ ਪੈਰਲੋਗ੍ਰਾਮ ਲਾਅ ਲਾ ਕੇ। ਠੀਕ ਹੈ ਜੀ, ਜੇ ਪੈਰਲੋਗ੍ਰਾਮ ਲਾਅ ਨਾਲ ਚੱਲੀਏ ਤੇ what we write there now resultant electric field intensity at C is given by C point ਤੇ ਰਿਜ਼ਲਟੈਂਟ ਇਲੈਕਟ੍ਰਿਕਲ ਇੰਟੈਂਸਿਟੀ ਡਿਫਾਈਨ ਕਰ ਦੋ ਤੇ ਆਪਣੇ ਕੋਲ ਫਾਰਮੂਲਾ ਪੈਰਲੋਗ੍ਰਾਮ ਲਾਅ ਨਾਲ ਕੱਢ ਦਿਓ। is given by E equal to R equal to a square plus b square plus 2ab cos of theta। ਹੁਣ ਇੱਥੇ ਇੱਕ ਹੋਰ ਚੀਜ਼ ਸਮਝ ਲਓ, ਜਿਹੜਾ ਐਂਗਲ ਬਿਟਵੀਨ EA ਐਂਡ EE ਆਣਾ, ਇਹ ਐਂਗਲ ਕਿੰਨਾ ਵਾ? 90 degree. 90. ਡਿਗਰੀ, ਕਿਉਂਕਿ ਆ ਦੋਨੋਂ ਕੰਪੋਨੈਂਟ ਇੱਕ ਦੂਜੇ ਦੇ ਪਰਪੈਂਡੀਕੂਲਰ ਸੀ, ਇੱਕ ਐਕਸੀਅਲ ਵਾਲੀ ਲਾਈਨ ਤੇ ਇੱਕ ਇਕੁਟੋਰੀਅਲ। ਇਹ ਦੋਨੋਂ ਲਾਈਨਾਂ ਆਪਸ ਵਿੱਚ ਪਰਪੈਂਡੀਕੂਲਰ ਸੀਗੀਆਂ। Yes, sir. Yes, sir. Yes, sir. ਇਹਨਾਂ ਦੋਨਾਂ ਦੇ ਵਿੱਚ ਜਿਹੜਾ ਐਂਗਲ ਆ cos 90 ਆ, ਤੇ cos 90 0 ਕਰ ਦੇਗਾ। ਇਹ ਮਤਲਬ ਆਪਣਾ ਫਾਰਮੂਲਾ ਕੀ ਰਹਿ ਗਿਆ? EA square plus EE square plus 2EA EE into cos 90। ਕਲੀਅਰ ਹੈ ਜੀ? Yes, sir. Yes, sir. E ਕੱਟ ਦਈਏ ਤੇ ਆਪਣੇ ਕੋਲ ਰਹਿ ਗਿਆ EA square plus EE square। ਤੇ ਪੁੱਤ EA ਤੇ EE ਦੋਨਾਂ ਦੀ ਵੈਲਿਊ ਪਈ ਆ, ਦੋਨਾਂ ਦੇ ਵਿੱਚ ਜੇ ਆਪਾਂ ਚਲੀਏ K into P over R cube ਕਾਮਨ ਵੀ ਹੈਗਾ, ਉਹਨੂੰ ਪਹਿਲਾਂ ਹੀ ਬਾਹਰ ਰੱਖ ਲੈਣੇ। ਇਹ ਮਤਲਬ ਆਪਣੇ ਕੋਲ ਆ ਗਿਆ K into P by R cube, ਅੰਦਰ ਜੋ ਬਚੀ ਟਰਮ ਉਹਦਾ ਸਕੁਅਰ ਆ, ਇੱਥੇ 2 cos ਥੀਟਾ ਦਾ ਸਕੁਅਰ, ਇਧਰ sin ਥੀਟਾ ਦਾ ਸਕੁਅਰ, ਆਪਣੇ ਕੋਲ ਬਣ ਗਿਆ 4 cos ਸਕੁਅਰ ਥੀਟਾ plus sin ਸਕੁਅਰ ਥੀਟਾ। ਕਿਆ ਸਟੈਪ ਕਲੀਅਰ ਹੈ ਜੀ? Yes, sir. Yes, sir. ਹੁਣ ਇਹਨੂੰ ਆਇਡੈਂਟੀਟੀ ਬਣਾ ਕੇ ਲਾਣ ਵਾਸਤੇ 4 cos ਸਕੁਅਰ ਨੂੰ ਤੋੜ ਕੇ 3 cos ਸਕੁਅਰ plus cos ਸਕੁਅਰ ਕਰ ਦਿੰਨੇ। ਇਹ ਮਤਲਬ ਆਪਣੇ ਕੋਲ ਰਿਜ਼ਲਟ ਬਣ ਜਾਏਗਾ E equal to K into P over R cube into 3 cos square theta plus cos square theta plus sin square theta। ਤੇ ਆ ਰਿਜ਼ਲਟ ਜਿਹੜਾ ਮੇਰੇ ਕੋਲ ਹੋਏਗਾ cos square plus sin square, ਇਹ 1 ਬਣ ਜੂ। Yes, Yes, sir. therefore ਆਪਣੇ ਕੋਲ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ KP over R cube into root of 3 cos square theta plus 1। ਆ ਸ਼ਾਰਟ ਡਾਈਪੋਲ ਦਾ ਇਲੈਕਟ੍ਰਿਕ ਫੀਲਡ ਥੀਟਾ ਐਂਗਲ ਤੇ ਆ ਗਿਆ, ਯਾਨੀ ਜਦੋਂ ਡਾਈਪੋਲ ਤੋਂ ਥੀਟਾ ਐਂਗਲ ਤੇ ਪੁਆਇੰਟ ਲਾਈ ਕਰੇਗਾ ਹਨਾ, ਤੇ ਉਸ ਵੇਲੇ ਉਹਦਾ ਇਲੈਕਟ੍ਰਿਕ ਫੀਲਡ ਜਿਹੜਾ ਮੇਰੇ ਕੋਲ KP by R cube into root 3 cos square theta plus 1 ਬਣ ਜਾਏਗਾ। ਕਿਆ ਫਾਰਮੂਲਾ ਕਲੀਅਰ ਆ? Yes, sir. ਚਲੋ ਇਹਦੇ ਵਿੱਚ ਆਪਾਂ ਅੱਗੇ ਗੱਲ ਕਰੀਏ ਡਾਇਰੈਕਸ਼ਨ ਦੀ, ਕਿ ਜਿਹੜਾ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਆਇਆ ਇਸ ਫਿਗਰ ਦੇ ਅੰਦਰ ਹਨਾ, ਇਹ ਐਕਸੀਅਲ ਲਾਈਨ ਤੋਂ ਕਿੰਨੇ ਕਹਿੰਦਾ ਜੀ ਐਂਗਲ ਤੇ ਜਾ ਕੇ ਲੱਭੂ। ਇਹਨੂੰ ਆਪਾਂ ਫਾਈਂਡ ਆਊਟ ਕਰਨ ਲਈ ਕਿਹਾ ਕਿ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਐਕਸੀਅਲ ਲਾਈਨ ਇਲੈਕਟ੍ਰਿਕ ਫੀਲਡ ਨਾਲ ਐਂਗਲ ਬੀਟਾ ਬਣਾ ਰਿਹਾ ਬੇਟਾ। ਤੇ ਜੇ ਮੈਂ ਡਾਇਰੈਕਸ਼ਨ ਕੱਢਣੀ ਆ, ਠੀਕ ਹੈ, ਥਿਊਰੀ ਜਿਹੜੇ ਨੋਟਸ ਭੇਜੇ ਉਹਦੇ ਚ ਮੈਂ ਲਿਖੇ ਹੋਏ ਵਰਡ ਆ, ਮੈਂ ਡਾਇਰੈਕਟ ਫਾਰਮੂਲਾ ਲਿਖ ਰਿਹਾ। ਠੀਕ ਹੈ, ਥਿਊਰੀ ਆਪਣੀ ਇਹ ਹੋਏਗੀ ਕਿ ਲੈਟ resultant vector makes an angle beta with the axial line and direction is given by tan beta। ਤੇ ਪੁੱਤ ਇੱਕ ਲਾਈਨ ਦਿਮਾਗ ਚ ਰੱਖ ਲਿਓ, ਨਾਰਮਲ tan beta ਦਾ ਫਾਰਮੂਲਾ b sin theta over a plus b cos theta ਲੱਗਦਾ, ਪਰ ਜਦੋਂ a ਤੇ b ਦੇ ਵਿੱਚ ਐਂਗਲ 90 ਹੋਵੇ ਨਾ, ਤੇ ਫਿਰ ਫਾਰਮੂਲਾ ਸਿੰਪਲੀ tan beta ਦਾ ਪਰਪੈਂਡੀਕੂਲਰ ਬਾਈ ਬੇਸ ਰਹਿ ਜਾਂਦਾ। ਗੱਲ ਸਮਝ ਲੱਗੀ ਜੋ ਬੋਲੀ ਮੈਂ? Yes, sir. Yes, sir.
ਹੁਣ ਇਸ ਵੇਲੇ tan ਬੀਟਾ ਲਿਖਣਾ ਤੇ ਆ ਪਰਪੈਂਡੀਕੂਲਰ ਤੇ ਆ ਬੇਸ। ਪਰਪੈਂਡੀਕੂਲਰ ਮੇਰਾ EE ਦੇ ਪੈਰਲਲ ਆ ਇਕੁਟੋਰੀਅਲ ਵਾਲੇ ਇਲੈਕਟ੍ਰਿਕ ਫੀਲਡ ਦੇ, ਔਰ ਬੇਸ ਮੇਰਾ EA ਦੇ ਪੈਰਲਲ ਆ। ਇਹ ਮਤਲਬ ਪਰਪੈਂਡੀਕੂਲਰ ਬਾਈ ਬੇਸ ਲਿਖਾਂ ਤੇ ਇੱਥੇ ਫਾਰਮੂਲਾ EE ਬਾਈ EA ਆ ਜਾਓ। Yes, sir. Yes, sir. ਇਧਰੋਂ ਆ ਜਾਓ। EA ਤੇ EE ਦੀ ਵੈਲਿਊ ਜੇ ਮੈਂ ਸਬਸਟੀਟਿਊਟ ਕਰਾਂ KP ਬਾਈ R ਕਿਊਬ ਤਾਂ ਦੋਨਾਂ 'ਚ ਹੀ ਕੱਟਿਆ ਜਾਣਾ। ठीक है, मेरे को टर्म की बची sin थीटा ओवर 2 cos थीटा। ਇਹ ਮਤਲਬ ਆਪਣੇ ਕੋਲ ਜੋ ਰਿਜ਼ਲਟੈਂਟ ਇੱਥੇ ਬਚੇਗਾ ਉਹਦੀ ਵੈਲਿਊ ਆ ਗਈ sin थीटा बाय 2 cos थीटा ਤੇ ਆ sin ਬਾय cos ਨੂੰ ਅਸੀਂ tan थीटा ਡਿਫਾਈਨ ਕਰ ਸਕਦੇ। Yes, sir. Yes, sir. ਤherefore ਆਪਣੇ ਕੋਲ tan बीटा ਦਾ ਫਾਰਮੂਲਾ ਹਾਫ ਆਫ tan थीटा ਆ ਗਿਆ। क्या ਆ ਚੀਜ਼ ਕਲੀਅਰ ਹੈ ਡਾਇਰੈਕਸ਼ਨ ਵਾਸਤੇ? Yes, sir. Yes, sir. ਹੁਣ ਆਪਾਂ ਇਹ ਬਣਾਇਆ ਕੇਸ ਕਿਹੜਾ ਸ਼ਾਰਟ ਡਾਈਪੋਲ ਦੇ ਐਟ ਐਨੀ ਪੁਆਇੰਟ ਦੇ ਨਾ, ਤੇ ਪੁੱਤ ਇਹਦੇ ਤੋਂ ਦੋਨੇ ਦੇ ਦੋਨੋਂ ਫਾਰਮੂਲੇ ਐਕਸੀਅਲ ਵਾਲਾ ਵੀ ਇਕੁਟੋਰੀਅਲ ਵਾਲਾ ਉਹ ਦੋਨੇ ਡਿਵੈਲਪ ਹੋ ਜਾਣੇ ਚਾਹੀਦੇ। ਉਹਦੇ ਲਈ ਆਪਾਂ ਜੇ ਫਿਗਰ 'ਚ ਚੱਲੀਏ ਤੇ ਜੇ ਮੈਂ ਡਾਈਪੋਲ ਦੀ ਐਕਸੀਅਲ ਲਾਈਨ ਤੇ ਹੋਊਗਾ ਤੇ ਆਹ C ਪੁਆਇੰਟ ਇੱਥੇ ਜਦੋਂ ਲਾਈ ਕਰੇਗਾ ਇਹਦਾ ਮਤਲਬ ਆਹ ਪੁਆਇੰਟ ਆਫ ਆਬਜ਼ਰਵੇਸ਼ਨ ਦਾ ਡਿਸਟੈਂਸ ਜਿਹੜਾ ਵਾ ਇਹ ਐਂਗਲ ਥੀਟਾ ਨੂੰ 0 ਕਰਾ ਦੂ। Sir, repeat करियो. ਜੇ C ਪੁਆਇੰਟ ਇੱਥੇ ਨਾ ਲਾਈ ਕਰਕੇ C ਪੁਆਇੰਟ ਇੱਥੇ ਲਾਈ ਕਰਦਾ ਤੇ ਡਾਈਪੋਲ ਦੇ ਨਾਲ C ਪੁਆਇੰਟ ਨੇ ਜੇ ਇਸ ਵੇਲੇ ਥੀਟਾ ਐਂਗਲ ਬਣਾਇਆ ਤੇ ਜੇ C ਪੁਆਇੰਟ ਇੱਥੇ ਆ ਜਾਵੇ ਤੇ ਫਿਰ ਡਾਈਪੋਲ ਦੇ ਨਾਲ ਉਹ C ਪੁਆਇੰਟ ਕੀ ਐਂਗਲ ਬਣਾਏਗਾ? 0. 0 degree. Zero. ਇਹ ਪੁਆਇੰਟ C ਇੱਥੇ ਨਾ ਹੋ ਕੇ ਇਹਦੇ ਪਰਪੈਂਡੀਕੂਲਰ ਲਾਈਨ ਤੇ ਚੱਲ ਜਾਵੇ ਡਾਈਪੋਲ ਦੀ ਤੇ ਥੀਟਾ 90 ਹੋ ਗਿਆ। ਠੀਕ ਹੈ। Yes, sir. Yes, sir. मतलब जे ਆਪਾਂ ਇੱਥੇ ਪਹਿਲਾ ਕੇਸ ਲਿਖੀਏ if θ equal to 0 ਡਿਗਰੀ ਹਨਾ ਤੇ ਆ ਫਾਰਮੂਲੇ ਦੇ ਵਿੱਚ ਵੈਲਿਊ ਭਰ ਦਈਏ ਤੇ kp over r cube into root of 3 cos square 0 plus 1 ਤੇ cos 0 ਆਪਣੇ ਕੋਲ 1 ਹੁੰਦਾ। Yes, sir. Yes, sir. 3 plus 1 4 ਹੋ ਗਿਆ, 4 ਦਾ under root 2 ਹੋ ਗਿਆ। ਇਹ ਮਤਲਬ ਜਿਹੜਾ ਆਪਣੇ ਕੋਲ ਇਸ ਵੇਲੇ ਇਲੈਕਟ੍ਰਿਕ ਫੀਲਡ ਬਣੇਗਾ ਉਹਦਾ ਫਾਰਮੂਲਾ kp by r cube into 3 plus 1 यानी अपना ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ ਉਹ 2 times kp over r cube ਆਜੂ ਜੀ। Yes, sir. Yes. ਜੇ ਥੀਟਾ 90 ਪੁੱਟ ਅਪ ਕਰ ਦੋ if theta equal to 90 ਤੇ ਪੁੱਤ 90 ਵੇਲੇ cos 90 ਦਾ 0 ਹੀ ਹੋ ਜਾਣਾ ਤੇ 1 ਦਾ ਰੂਟ 1 ਹੀ ਰਹਿ ਗਿਆ। ਇਹ ਮਤਲਬ ਟਰਮ kp over r cube ਰਹਿ ਜੂ। Yes, Yes, sir. sir. ਇਹ ਮਤਲਬ ਸੈਕਿੰਡ ਕੇਸ ਦੇ ਅੰਦਰ ਇਲੈਕਟ੍ਰਿਕ ਫੀਲਡ kp by r cube यानी ਜਿਹੜੇ ਦੋਨੋਂ ਇਲੈਕਟ੍ਰਿਕ ਫੀਲਡ ਤੁਸੀਂ ਜਿਹੜੇ ਆ ਠੀਕ ਹੈ ਸ਼ਾਰਟ ਡਾਈਪੋਲ ਦੇ ਕੈਲਕੂਲੇਟ ਕਰਦੇ ਹੋ ਇਲੈਕਟ੍ਰਿਕ ਫੀਲਡ ਦੀ ਵੈਲਿਊਜ਼ ਵੱਖਰੇ ਵੱਖਰੇ ਆਰਟੀਕਲ ਚ ਨਾ ਉਹ ਦੋਨੋਂ ਦੇ ਦੋਨੋਂ ਇਹਦੇ ਸਪੈਸ਼ਲ ਕੇਸ ਬਣ ਕੇ ਇੱਥੇ ਨਾਲ ਸੋਲਵ ਹੋ ਜੂਗੇ। Yes, sir. क्या इन्ना